पूरी दुनिया में वसते हुए पंजाबी प्यारिओ, एहसान बाजवा एक नवी वीडियो लैके बाबा बाजवा चैनल तो तुहाडी खिदमत हाज़र ते सलाम कबूल करो। जिउंदे वास्ते रवो, खुश रवो। जिस तरह तुहानूं पता है कि जट्टां दे जिहड़े कबीले ने इन्हां दा जिहड़ा पिछोकड़ है उहदी पड़चोल करन भी असीं लगे होए हां और सदियां पहिलां जिहड़ा इन्हां दा पिछोकड़ है कित्थे कित्थे सन, कित्थे कित्थे राज करदे रहे, इन्हां दे नां की सन, इन्हां दे थां टिकाणे की सन, ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਰਹੇ ਹਾਂ। ਅੱਜ ਅਸੀਂ ਹਰਸ਼ਵਰਧਨ ਵਿਰਕ ਜੱਟ ਦੀ ਦੂਜੀ ਕਿਸ਼ਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨੇ ਆ। ਇਸ ਤੋਂ ਪਹਿਲਾਂ ਪਹਿਲੀ ਕਿਸ਼ਤ ਹੀ ਤੁਹਾਨੂੰ ਦੱਸਿਆ ਕਿ ਹਰਸ਼ਵਰਧਨ ਜਿਹੜਾ ਸੀ ਉਹ ਵਿਰਕ ਜੱਟ ਸੀ ਤੇ ਅੱਜ ਉਹਦਾ ਦੂਸਰਾ ਹਿੱਸਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਹਰਸ਼ਵਰਧਨ ਦੇ ਵਿਰਕ ਜੱਟ ਹੋਣ ਬਾਰੇ ਅਸੀਂ ਦੇਵਾਹੋਤੀ ਦੀ ਗੱਲ ਨੂੰ ਵੇਖਦੇ ਹਾਂ, ਜਿਹਦੇ ਅੰਦਰ ਲਿਖਿਆ ਹੋਇਆ ਮਿਲਦਾ ਹੈ ਭਈ ਹਰਸ਼ ਦੇ ਰਾਜ ਸਾਂਭਣ ਦੇ ਸਾਲ 606 ਈਸਵੀ ਤੋਂ ਮੁੱਢ ਬੰਨ ਕੇ ਅਤੇ ਬਾਦਸ਼ਾਹ ਦਾ ਰਾਜ ਕਰਨ ਦਾ ਸਮਾਂ ਜਿਹੜਾ 25 ਸਾਲ ਮਿੱਥ ਕੇ ਅਸੀਂ 505 ਈਸਵੀ ਤੋਂ 530 ਈਸਵੀ ਦਾ ਵੇਲਾ ਵਰਧਨ ਨਾਲ ਜੋੜ ਸਕਦੇ ਹਾਂ। ਉਸ ਦੇ ਪੁੱਤਰ ਰਾਜੀਆ ਵਰਧਨ ਪਹਿਲਾ ਨੇ 530 ਈਸਵੀ ਤੋਂ 555 ਤੀਕ ਤੇ ਉਸ ਦੇ ਪੁੱਤਰ ਆਦਿਤਿਆ ਵਰਧਨ ਨੇ 555 ਈਸਵੀ ਤੋਂ 580 ਈਸਵੀ ਤੀਕਰ ਰਾਜ ਕੀਤਾ। ਇੱਥੇ ਹਾਕਮਾਂ ਦਾ ਇੱਕ ਹੀ ਨਾਂ ਤੇ ਤਾਰੀਖਾਂ ਵੀ ਇੱਕ ਨੇ ਔਰ ਇਹ ਬਸ ਟਕੌਸਲਾ ਨਹੀਂ ਭਈ ਦੋਵਾਂ ਖਾਨਦਾਨਾਂ ਦੇ ਆਖਰ ਵਿੱਚ ਵਰਧਨ ਲਫ਼ਜ਼ ਜਿਹੜਾ ਆਉਂਦਾ ਹੈ ਅਤੇ ਵਿਰਕ ਖਾਨਦਾਨ ਦਾ ਆਖਰੀ ਜਗ ਜਾਣਿਆ ਬਾਦਸ਼ਾਹ ਸਨ 506 ਵਿੱਚ ਹਰਸ਼ ਦੇ ਖਾਨਦਾਨ ਦੇ ਪਹਿਲੇ ਬਾਦਸ਼ਾਹ ਨਿਰਵਰਧਨ ਦਾ ਆਗੂ ਬਣਿਆ ਸੀ। ਇਹ ਤਾਰੀਖਾਂ ਹਰਸ਼ ਦੀ ਜੰਮਣ ਤਾਰੀਖ 590 ਈਸਵੀ ਨਾਲ ਵੀ ਮੇਲ ਖਾਂਦੀਆਂ ਨੇ। ਇੰਜ ਇਹ ਪੱਕ ਹੋ ਗਿਆ ਵੀ ਇਹ ਸਾਰੀਆਂ ਗਵਾਹੀਆਂ ਨੰਬਰਵਾਰ ਤੇ ਸੰਨਵਾਰ ਜਿਹੜੀਆਂ ਨੇ ਇਹ ਠੀਕ ਨੇ ਤੇ ਦਰੁਸਤ ਨੇ। ਇੱਥੋਂ ਇਹ ਸਿੱਟਾ ਨਿਕਲਦਾ ਵੀ ਹਰਸ਼ ਦੇ ਵਡਕੇ ਉੱਤਰ ਲਹਿੰਦੇ ਇਲਾਕਾ ਮਾਲਵਾ ਤੇ ਝਾਂਸੀ ਦੇ ਵਿਰਕ ਹਾਕਮ ਸਨ। ਇੱਥੇ ਇਹ ਗੱਲ ਵੀ ਚੇਤੇ ਰੱਖਣ ਜੋਗੀ ਹੈ ਭਈ ਦਿਆਗਰ ਰਾਟ ਨਾਂ ਦੇ ਇੱਕ ਬਾਦਸ਼ਾਹ ਦਾ ਜ਼ਿਕਰ ਇਲਾਹਾਬਾਦ ਅਤੇ ਹੋਰ ਕਤਬਿਆਂ ਵਿੱਚ ਵੀ ਆਉਂਦਾ ਹੈ ਜੋ 420 ਈਸਵੀ ਤੋਂ ਪਹਿਲਾਂ ਹੋ ਚੁੱਕਿਆ ਹੈ। ਇਹ ਸਾਰੀ ਗੱਲਬਾਤ ਤੋਂ ਇਹ ਗੱਲ ਸਾਬਤ ਹੁੰਦੀ ਹੈ ਵੀ ਥਾਨੀਸਰ ਦੇ ਵਰਧਨ ਸ਼ਾਹੀ ਖਾਨਦਾਨ ਜਿਹੜਾ ਨੇ ਮੰਡਸੌਰ ਨਾਲ ਸਾਂਝ ਰੱਖਣ ਵਾਲੇ ਵਿਰਕ ਕਬੀਲਾ ਦੇ ਵਰਧਨ ਹਾਕਮਾਂ ਨੇ ਉਹਨਾਂ ਤੋਂ ਜਨਮ ਲਿਆ। ਸੋਨੀਪਤ ਚੋਂ ਨਿਕਲੇ ਤਾਂਬੇ ਦੇ ਮੋਹਰ ਵਾਲੇ ਕਤਬਿਆਂ ਤੋਂ ਵੀ ਇਸ ਦਾ ਪੱਕ ਹੁੰਦਾ ਹੈ। ਜਿਹੜੀ ਇਹ ਗੱਲ ਕੀਤੀ ਹੈ ਉਹਦੀ ਪਕਿਆਈ ਸਾਨੂੰ ਇਹ ਜਿਹੜਾ ਸੋਨੀਪਤ ਤੋਂ ਤਾਂਬੇ ਦਾ ਜਿਹੜਾ ਤਾਂਬੇ ਦੀ ਮੋਹਰ ਵਾਲਾ ਕਤਬਾ ਨਿਕਲਿਆ ਉਹਦੇ ਤੋਂ ਵੀ ਸਾਬਤ ਹੁੰਦੀ ਹੈ, ਜਿਹਦੇ ਵਿੱਚ ਲਿਖਿਆ ਹੋਇਆ ਵੀ ਹਰਸ਼ ਤੋਂ ਪਹਿਲਾਂ ਦੇ 3 ਆਗੂ ਸੂਰਜ ਦੇਵਤਾ ਦੀ ਢਿੱਡੋਂ ਪੂਜਾ ਕਰਨ ਵਾਲੇ ਸਨ। ਹਰਸ਼ ਦੇ ਖਾਨਦਾਨ ਵਿੱਚ ਸੂਰਜ ਪੂਜਾ ਦੀ ਇਹ ਰਵਾਇਤ ਜਿਹੜੀ ਹੈ ਨਾ ਇਹ ਇਕੱਲੀ ਫੈਸਲਾ ਨਹੀਂ ਕਰ ਸਕਦੀ ਕਿਉਂ ਜੇ ਹਿੰਦ ਸਿੰਧ ਦੇ ਹੋਰ ਚੋਖੇ ਹਾਕਮ ਵੀ ਸੂਰਜ ਦੇ ਪੁਜਾਰੀ ਸਨ। ਪਰ ਵੇਖਣ ਵਾਲੀ ਗੱਲ ਇਹ ਵੀ ਇਹਨਾਂ ਦੇ ਪੂਜਾ ਪਾਠ ਤੇ ਸੂਰਜ ਦੇਵਤਾ ਦੇ ਮੁਜੱਸਮਿਆਂ ਦੀ ਘੜਤ ਦਾ ਫਰਕ ਜਿਹੜਾ ਉਹ ਕੀ ਹੈ ਕਿ ਸੂਰਜ ਦੀ ਪੂਜਾ ਤੇ ਸਾਰੇ ਹੀ ਕਰਦੇ ਸਨ, ਲੇਕਿਨ ਇਹਨਾਂ ਵਿੱਚੋਂ ਕਿ ਜਿਹੜੇ ਵਿਰਕ ਕਬੀਲਾ ਸੀ ਜੱਟਾਂ ਦਾ, ਇਹ ਵਰਧਨ ਕਬੀਲਾ ਜਿਹੜਾ ਸੀ ਇਹਨਾਂ ਦਾ ਤਰੀਕਾ ਕੀ ਸੀ ਔਰ ਇਹਨਾਂ ਦੀ ਪੂਜਾ ਪਾਠ ਦਾ ਦੂਜਿਆਂ ਨਾਲੋਂ ਕੀ ਫਰਕ ਸੀ। ਹਰਸ਼ ਦੇ ਖਾਨਦਾਨ ਵਿੱਚ ਸੂਰਜ ਪੂਜਾ ਦੇ ਤਰੀਕੇ ਦੇ ਮੁਤਲਕ ਅਸੀਂ ਬਾਣ ਭੱਟ ਤੋਂ ਜਾਣਕਾਰੀ ਲੈਂਦੇ ਹਾਂ। ਵਿਸ਼ਨੂੰ ਵਰਧਨ ਵਿਰਕ ਵਾਂਗਰ ਪ੍ਰਭਾਕਰ ਵਰਧਨ ਵੀ ਸਵੇਰੇ ਸਾਜਰੇ ਅਤੇ ਦਿਨ ਲੱਥੇ ਨਾਲ ਆਪਣੇ ਪੁੱਤਰ ਲਈ ਸੂਰਜ ਦੇਵਤਾ ਦੇ ਸਾਹਮਣੇ ਦੁਆ ਅਸੀਸ ਕਰਦਾ ਹੁੰਦਾ ਸੀ। ਪਰ ਖਾਸ ਗੱਲ ਇਹ ਵੇ ਵੀ ਪ੍ਰਭਾਕਰ ਵਰਧਨ ਚੜ੍ਹਦੇ ਸੂਰਜ ਨਾਲ ਇਸ਼ਨਾਨ ਕਰਕੇ ਚਿੱਟਾ ਰੇਸ਼ਮੀ ਲਿਬਾਸ ਪਾਉਂਦਾ ਸੀ ਅਤੇ ਚੜ੍ਹਦੇ ਵੱਲ ਮੂੰਹ ਕਰਕੇ ਕਈ ਘੰਟੇ ਗੋਡੇ ਮੁੱਦੇ ਮਾਰ ਕੇ ਮੇਮਣੀ ਬਣਿਆ ਰਹਿੰਦਾ ਸੀ। ਇਹ ਪੁਰਾਣੇ ਮਸਾਗੀਟੇ ਲੋਕਾਂ ਦਾ ਸੂਰਜ ਦਾ ਦੇਵਤਾ ਦੇ ਸਾਹਮਣੇ ਦੁਆ ਕਰਨ ਦਾ ਤਰੀਕਾ ਸੀ। ਇਸ ਹਕੀਕਤ ਰਾਹੀਂ ਇਹ ਗੱਲ ਉਗੜ ਜਾਂਦੀ ਹੈ ਭਈ ਹਰਸ਼ ਦਾ ਖਾਨਦਾਨ ਅਸਲੋਂ ਵਿਚਕਾਰਲੇ ਏਸ਼ੀਆ ਤੋਂ ਪਰਤਿਆ ਹੋਇਆ ਸੀ ਅਤੇ ਉਹ ਜੱਟ ਨਸਲ ਦਾ ਸੀ ਅਤੇ ਉਹ ਹਿੰਦ ਸਿੰਧ ਦੇ ਮਤਲਬ ਮਕਾਮੀ ਨਹੀਂ ਸਨ, ਭਾਵੇਂ ਉਹ ਮੁੱਢੋਂ ਮਕਾਮੀ ਸਨ ਲੇਕਿਨ ਸਦੀਆਂ ਬਾਅਦ ਉਹ ਪਿਛਾਂ ਜਾ ਕੇ ਪਰਤੇ ਸਨ। ਇੱਕ ਹੋਰ ਕਤਬੇ ਰਾਹੀਂ ਇਸ ਬਾਰੇ ਇਸ਼ਾਰਾ ਮਿਲਦਾ ਹੈ ਅਤੇ ਬਾਣ ਭੱਟ ਨੇ ਵੀ ਇਹੋ ਹੀ ਆਖਿਆ
ਕਿ ਹਰਸ਼ ਦੇ ਜੰਮਣ ਬਾਰੇ ਗੱਲ ਕਰਦਿਆਂ ਉਹ ਦੱਸਦਾ ਭਈ ਪ੍ਰਭਾਕਰ ਵਰਧਨ ਨੇ ਨਵੇਂ ਜੰਮੇ ਹਰਸ਼ ਦੇ ਆਉਣ ਸਮੇਂ ਬਾਰੇ ਇੱਕ ਨਜੂਮੀ ਕੋਲੋਂ ਪੁੱਛ ਦੱਸ ਕੀਤੀ। ਜੋ ਨਜੂਮੀ ਸੱਦਿਆ ਗਿਆ ਉਹ ਹਿੰਦੀ ਬਾਹਮਣ ਨਹੀਂ ਸੀ, ਵਿਚਕਾਰਲੇ ਏਸ਼ੀਆ ਤੋਂ ਆਇਆ ਹੋਇਆ ਇੱਕ ਮਾਝੀ ਪ੍ਰੋਤ ਸੀ। ਜਿਸ ਤਰ੍ਹਾਂ ਅਸਾਂ ਅੱਗੇ ਵੀ ਦੱਸਿਆ ਹੈ ਕਿ ਜੱਟਾਂ ਦੇ ਨਾਲ ਜਿਹੜਾ ਫੱਡਾ ਬਾਹਮਣਾਂ ਦਾ ਪਿਆ ਉਹ ਇਹ ਹੀ ਸੀ ਕਿ ਉਹ ਆਪਣੇ ਪ੍ਰੋਤ ਜਿਹੜੇ ਆਪਣੇ ਵਿੱਚੋਂ ਉਹਨਾਂ ਰੱਖੇ ਸਨ, ਉਹਨਾਂ ਕੋਲੋਂ ਨਜੂਮ ਦਾ ਵੀ ਜਾਂ ਜੋ ਕੁਝ ਵੀ ਪੁੱਛ ਦੱਸ ਕਰਦੇ ਸਨ ਔਰ ਨਜ਼ਰਾਨੇ ਵੀ ਉਹਨਾਂ ਨੂੰ ਦਿੰਦੇ ਸਨ। ਬਾਹਮਣਾਂ ਨੂੰ ਉਹ ਨਜ਼ਰਾਨੇ ਜਾਂ ਭੰਡਾਰੇ ਨਹੀਂ ਸਨ ਦਿੰਦੇ ਜੱਟ ਜਿਹੜੇ ਸਨ। ਇਸ ਵਾਸਤੇ ਜਿਹੜਾ ਬਾਹਮਣ ਜਿਹੜੇ ਨੇ ਉਹ ਪੁੱਜ ਕੇ ਉਹਨਾਂ ਦੀ ਨਿੰਦਿਆ, ਉਹਨਾਂ ਦੀ ਹੇਠੀ ਕਰਨ ਲਈ ਮੁਖਤਲਿਫ ਤਾਰੀਖੀ ਤਜ਼ਕਿਰਿਆਂ 'ਚ ਆਪਣਾ ਕੰਮ ਵਿਖਾਉਂਦੇ ਰਹੇ। ਪਰ ਸਵਾਲ ਇਹ ਵੇ ਕਿ ਸੂਰਜ ਦੇ ਪੁਜਾਰੀ ਪ੍ਰਭਾਕਰ ਵਰਧਨ ਨੇ ਹਰਸ਼ ਦਾ ਆਮਨ ਸਮਾਂ ਜਾਣਨ ਲਈ ਮਾਝੀ ਨਜੂਮੀ ਨੂੰ ਹੀ ਕਿਉਂ ਸੱਦਿਆ? ਇਸ ਦਾ ਜਵਾਬ ਬੜਾ ਸਿੱਧਾ ਹੈ ਭਈ ਉਹਦੀ ਨਸਲ ਵਿੱਚ ਸਦੀਆਂ ਤੋਂ ਇਹ ਰਿਵਾਜ ਚੱਲਿਆ ਆਉਂਦਾ ਸੀ ਅਤੇ ਪ੍ਰਭਾਕਰ ਵਰਧਨ ਆਪਣੀ ਪੁਰਾਣੀ ਰਸਮ ਨੂੰ ਪੂਰਾ ਕਰਨ ਲੱਗਿਆ ਹੋਇਆ ਸੀ। ਅਸਲ ਗੱਲ ਇਹ ਸੀ ਭਈ ਇਹਨਾਂ ਦੋਵਾਂ ਨੂੰ ਹਿੰਦੀ ਬਾਹਮਣਾਂ ਦੀ ਗੱਲ 'ਤੇ ਕੋਈ ਯਕੀਨ ਨਹੀਂ ਸੀ ਔਰ ਉਹਨਾਂ ਨੂੰ ਬਿਲਕੁਲ ਇਹਨਾਂ ਦੀ ਗੱਲ 'ਤੇ ਧਿਆਨ ਨਹੀਂ ਸੀ ਹੁੰਦਾ ਅਤੇ ਸਾਡੀ ਜਾਚੇ ਬਾਹਮਣਾਂ ਦੇ ਉਕਸਾਨ ਪਾਰੋਂ ਹੀ ਹਰਸ਼ ਉੱਤੇ ਕਾਤਲਾਨਾ ਹਮਲਾ ਵੀ ਕੀਤਾ ਗਿਆ ਸੀ। ਸਾਨੂੰ ਪਤਾ ਹੈ ਕਿ ਹਰਸ਼ ਮਗਰੋਂ ਗੌਤਮ ਬੁੱਧ ਦਾ ਮੰਨਣ ਵਾਲਾ ਹਰਸ਼ ਜਿਹੜਾ ਉਹ ਮਗਰੋਂ ਗੌਤਮ ਬੁੱਧ ਨੂੰ ਮੰਨਣ ਵਾਲਾ ਬਣ ਗਿਆ ਸੀ। ਉਹਦੀ ਵਜ੍ਹਾ ਇਹ ਸੀ ਭਈ ਉਹਨੂੰ ਬਾਹਮਣਾਂ ਦਾ ਉੱਚੀਆਂ ਨੀਵੀਆਂ ਜ਼ਾਤਾਂ ਵਾਲਾ ਜਿਹੜਾ ਨਖੇੜਾ ਤੇ ਇਹ ਜਿਹੜਾ ਫਰਕ ਹੈ ਚੰਗਾ ਨਹੀਂ ਸੀ ਲੱਗਦਾ। ਇਸ ਲਈ ਉਹਨੇ ਬਾਹਮਣ ਦੇ ਅਸੂਲ ਕਾਇਦੇ ਰੱਦ ਦਿੱਤੇ। ਸਾਡੇ ਇਸ ਨਜ਼ਰੀਏ ਨੂੰ ਪਕਿਆਈ ਇੱਕ ਹੋਰ ਗਵਾਹੀ ਤੋਂ ਮਿਲਦੀ ਹੈ। ਅਵਲੇਕਰ ਨਿਸ਼ਾਨ ਹਲਾਲੀ ਦਾ ਇਹ ਨਿਸ਼ਾਨ ਮੰਡਸੌਰ ਦੇ ਯਸ਼ੂ ਧਰਮਨ ਖਾਨਦਾਨ ਅਤੇ ਹਰਸ਼ ਦੇ ਅਤੇ ਮੋਖਰੀ ਸਿੱਕਿਆਂ ਰਾਹੀਂ ਵੀ ਮਿਲਦੇ ਨੇ। ਹਲਾਲ ਜਾਂ ਪਹਿਲੀ ਰਾਤ ਦੇ ਚੰਦ ਦੀ ਤਾਰੀਖ ਵੀ ਵਿਚਕਾਰਲੇ ਏਸ਼ੀਆ ਵੱਲ ਨੂੰ ਜਾਂਦੀ ਏ। ਕੁਸ਼ਾਨ ਅਤੇ ਗੁਪਤ ਸਿੱਕਿਆਂ ਉੱਤੇ ਵੀ ਇਹ ਨਿਸ਼ਾਨ ਮਿਲਦਾ ਹੈ। ਹਲਾਲ ਦਾ ਨਿਸ਼ਾਨ ਵਿਚਕਾਰਲੇ ਏਸ਼ੀਆ ਦੇ ਲੋਕਾਂ ਦੇ ਮਨ ਚਾਹੇ ਸ਼ਿਵ ਦੇਵਤਾ ਦੇ ਮੱਥੇ ਉੱਤੇ ਵੀ ਦਿਖਦਾ ਹੈ ਅਤੇ ਅਰਬ ਤੋਂ ਆਉਣ ਵਾਲੇ ਮੁਸਲਮਾਨਾਂ ਦਾ ਵੀ ਇਹੋ ਨਿਸ਼ਾਨ ਸੀ। ਨਿੱਕੇ ਭਰਾ ਹਰਸ਼ ਦੇ ਰਾਜਗੱਦੀ ਤੇ ਬੈਠਣ ਅਤੇ ਵੱਡੇ ਭਰਾ ਰਾਜਿਆ ਵਰਧਨ ਦੇ ਮਰਨ ਤੋਂ ਪਹਿਲਾਂ ਦੇ ਹਾਲਾਤ ਜੋ ਉਸ ਰਾਜਗੱਦੀ ਬਾਰੇ ਨੂੰ ਛੱਡ ਵੀ ਦਈਏ ਤਾਂ ਵੀ ਸਾਡੇ ਕੋਲ ਹਯੂਨ ਤਸਾਂਗ ਦੀ ਇਹ ਗਵਾਹੀ ਭਈ ਹਰਸ਼ ਵੇਸ਼ ਲੋਕਾਂ ਵਿੱਚੋਂ ਸੀ। ਜਿਸ ਤਰ੍ਹਾਂ ਗੁਪਤ ਖਾਨਦਾਨ ਬਾਰੇ ਦੱਸਿਆ ਜਾ ਚੁੱਕਿਆ ਹੈ ਭਈ ਵੇਸ਼ ਲਫ਼ਜ਼ ਵਾਹੀ ਜੋਤੀ ਨਾਲ ਜੁੜੇ ਲੋਕਾਂ ਲਈ ਵਰਤਿਆ ਗਿਆ ਹੈ ਅਤੇ ਅਮਨ ਦੀ ਹਾਲਤ ਵਿੱਚ ਜੱਟਾਂ ਦਾ ਪੇਸ਼ਾ ਵੀ ਵਾਹੀ ਜੋਤੀ ਹੀ ਹੁੰਦਾ ਸੀ। ਜਦੋਂ ਕਿਤੇ ਲੜਾਈ ਵਗੈਰਾ ਕਰਨੀ ਪੈਂਦੀ ਸੀ ਉਦੋਂ ਇਕੱਠੇ ਹੋ ਜਾਂਦੇ ਸਨ ਤੇ ਜਦੋਂ ਅਮਨ ਦਾ ਜ਼ਮਾਨਾ ਹੁੰਦਾ ਸੀ ਉਦੋਂ ਵਾਹੀ ਜੋਤੀ ਕਰਦੇ ਸਨ। ਚੀਨੀ ਲਿਖਤ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਮਿਲਦਾ ਹੈ ਭਈ ਹਰਸ਼ ਵੇਸ਼ ਨਸਲ ਦਾ ਸੀ। ਕਨਿੰਗਮ ਨੇ ਇਹਦਾ ਇਸ਼ਾਰਾ ਬੈਂਸ ਰਾਜਪੂਤਾਂ ਵੱਲ ਕੀਤਾ ਹੈ। ਹਾਲਾਂ ਇਹਨਾਂ ਦੋਵਾਂ ਦਾ ਕੋਈ ਆਪਸੀ ਮੇਲ ਜੋਲ ਨਹੀਂ ਬਣਦਾ। ਇਹ ਵੱਖਰੀ ਗੱਲ ਹੈ ਭਈ ਬੈਂਸ ਜੱਟਾਂ ਦਾ ਇੱਕ ਤਗੜਾ ਕਬੀਲਾ ਹੈ ਜਿਨ੍ਹਾਂ ਵਿੱਚੋਂ ਵਾਹਵਾ ਸਾਰੇ ਮਗਰੋਂ ਬਾਹਮਣਾਂ ਦੇ ਹੱਥੇ ਚੜ੍ਹ ਕੇ ਰਾਜਪੂਤ ਵੀ ਬਣ ਗਏ। ਬਾਅਦ ਸਿੱਕਿਆਂ ਵਿੱਚ ਸਿੱਧੇ ਪਾਸੇ ਤੇ ਇੱਕ ਘੋੜਸਵਾਰ ਦੀ ਮੂਰਤ ਜਿਹੜੀ ਹੈ ਬਣੀ ਹੋਈ ਹੈ ਜਿਹਦੇ ਉੱਤੇ ਹਰਸ਼ ਦੇਵ ਲਿਖਿਆ ਹੋਇਆ ਹੈ ਅਤੇ ਉਹ ਸਿੱਕੇ ਦੇ ਦੂਜੇ ਪਾਸੇ ਇੱਕ ਦੇਵੀ ਦੀ ਮੂਰਤ ਹੈ ਜਿਹਦੇ ਖੱਬੇ ਹੱਥ ਦੇ ਵਿੱਚ ਸਿੰਘ ਫੜ ਕੇ ਤੇ ਉਹ ਤਖਤ ਦੇ ਉੱਤੇ ਬੈਠੀ ਹੋਈ ਨਜ਼ਰ ਆਉਂਦੀ ਹੈ। FAR ਹੋਰਨਲ ਦੇ ਖਿਆਲ ਵਿੱਚ ਨੇਜ਼ਾ ਚੁੱਕਣ ਵਾਲੇ ਘੋੜਸਵਾਰ ਪੁਰਾਣੇ ਰਾਜਪੂਤਾਂ ਦਾ ਨਿਸ਼ਾਨ ਸੀ ਅਤੇ ਉਹ ਇਹ ਵੀ ਆਖਦਾ ਕਿ ਹਰਸ਼ ਰਾਜਪੂਤ ਸੀ। ਉਹਦੀ ਇਹ ਗੱਲ ਇਸ ਹੱਦ ਤਾਈਂ ਤਾਂ ਠੀਕ ਮੰਨੀ ਜਾ ਸਕਦੀ ਹੈ ਭਈ ਬਹੁਤੇ ਰਾਜਪੂਤ ਅਸਲ ਵਿੱਚ ਜੱਟ ਅਤੇ ਗੁੱਜਰ ਹੀ ਨੇ, ਪਰ ਉਹ ਉਸ ਵੇਲੇ ਰਾਜਪੂਤ ਨਹੀਂ ਸਨ ਸਦਾਂਦੇ ਕਿਉਂ ਜੇ ਲਫ਼ਜ਼ ਰਾਜਪੂਤ ਮਗਰੋਂ ਕੜਿਆ ਗਿਆ ਸੀ। ਪਰ ਇਹ ਗੱਲ ਧਿਆਨਯੋਗ ਹੈ ਕਿ ਇੱਕ ਦੇਵੀ ਹੱਥ ਵਿੱਚ ਸਿੰਘ ਫੜ ਕੇ ਤਖਤ ਦੇ ਉੱਤੇ ਬੈਠੀ ਹੋਈ ਹੈ। ਇਹ ਦੇਵੀ ਵਿਚਕਾਰਲੇ ਏਸ਼ੀਆ ਦੀ ਖਾਸ ਕਰਕੇ ਈਰਾਨ ਦੀ ਉੜਦ ਵਿਕਸੂਏ ਅਤੇ ਖੁਸ਼ਹਾਲੀ ਦਾ ਸਿੰਘ ਸਿੱਧਾ ਗੈਰਤਮੰਦੀ ਦੀ ਨਿਸ਼ਾਨੀ ਹੈ ਅਤੇ ਹਿੰਦ ਸਿੰਧ ਵਿੱਚ ਇਹਦੀ ਥਾਂ ਕਲਪਾ ਦਾ ਰੁੱਖ ਅਤੇ ਕਾਮਦੀਨੂ ਗਾਂ ਜਿਹੜੀ ਇਹ ਵਰਤੀ ਜਾਂਦੀ ਸੀ ਜਿਹਦੇ ਰਾਹੀਂ ਮੁਰਾਦਾਂ ਮੰਗੀਆਂ ਜਾਂਦੀਆਂ ਸਨ। ਪੁਰਾਣੇ ਈਰਾਨੀ ਅਤੇ ਸੇਥੀ ਮੁਰਾਦਾਂ ਪੂਰੀਆਂ ਕਰਨ ਲਈ ਰੁੱਖ ਦੀ ਜਿਹੜੀ ਥਾਂ ਖੁਸ਼ਹਾਲੀ ਲਿਆਉਣ ਵਾਲਾ ਜਿਹੜਾ ਸਿੰਘ
ਉਹਨੂੰ ਫੜਦੇ ਸਨ, ਜੋ ਹਰਸ਼ ਦੇ ਸਿੱਕਿਆਂ ਵਿੱਚ ਨਜ਼ਰ ਆਉਂਦਾ ਹੈ। ਆਖਰ ਤੇ ਮੈਂ ਇਸ ਗੱਲ ਦੀਆਂ ਜਿਹੜੀਆਂ ਗਵਾਹੀਆਂ ਵਿਆਹਾਂ ਸ਼ਾਦੀਆਂ ਤੇ ਝਾਤ ਪਾ ਕੇ ਵੇਖਦੇ ਹਾਂ ਕਿ ਮਹਾਸੈਨਾ ਗੁਪਤਾ ਦਾ ਵਿਆਹ ਆਦਿਤਿਆ ਵਰਧਨ ਨਾਲ ਹੋਇਆ ਅਤੇ ਅਸੀਂ ਸਾਬਤ ਕਰ ਚੁੱਕੇ ਹਾਂ ਕਿ ਗੁਪਤ ਅਸਲ ਵਿੱਚ ਧਾਰਨ ਕਬੀਲੇ ਦੇ ਜੱਟ ਸਨ। ਕਲਹਾਣਾ ਸਾਨੂੰ ਦੱਸਦਾ ਹੈ ਕਿ ਹਰਸ਼ ਦੀ ਵੱਡੀ ਮਲਕਾ ਬਸੰਤ ਲੇਖਾ ਕਾਬਲ ਦੇ ਹਾਕਮ ਸਾਈ ਕਬੀਲਾ ਵਿੱਚੋਂ ਸੀ ਤੇ ਸਿੱਧੀ ਗੱਲ ਹੈ ਕਿ ਸਾਈ ਵੀ ਜੱਟ ਕਬੀਲਾ ਹੈ। ਪ੍ਰਭਾਕਰ ਵਰਧਨ ਦੀ ਸਵਾਣੀ ਯਸ਼ੂਮਤੀ ਦੇ ਮਾਪਿਆਂ ਦੇ ਖਾਨਦਾਨ ਦੀ ਜਾਣ ਪਛਾਣ ਨਹੀਂ ਹੋਈ, ਪਰ ਉਸ ਦੇ ਭਤਰੀਏ ਭੰਡੀ ਨੂੰ ਬਾਜ਼ੇ ਲਿਖਾਰੀਆਂ ਗੈਰ ਮੁਲਕੀ ਆਖਿਆ। ਹਿਊਨ ਤਸਾਂਗ ਇਸ ਦਾ ਨਾਂ ਪੋਨੀ ਲਿਖਦਾ ਹੈ। ਕੁਝ ਲਿਖਾਰੀ ਪੋਨੀ ਤੇ ਭੰਡੀ ਨੂੰ ਇੱਕ ਹੀ ਬੰਦਾ ਸਮਝਦੇ ਨੇ ਅਤੇ ਕੁਝ ਲਿਖਾਰੀ ਇਹਨਾਂ ਨੂੰ ਹੋਰ ਸਮਝਦੇ ਨੇ। ਪੋਨੀ ਦੇ ਆਪਣੇ ਲਫ਼ਜ਼ਾਂ ਵਿੱਚ ਵੀ ਇਹੋ ਇਸ਼ਾਰਾ ਮਿਲਦਾ ਹੈ ਵੀ ਉਹ ਜੱਟ ਕਬੀਲਾ ਪੋਨੀ ਹੈ। ਇਸ ਪਾਰੋਂ ਅਸੀਂ ਇਸ ਸਿੱਟੇ 'ਤੇ ਅਪੜਦੇ ਹਾਂ ਵੀ ਉੱਤਰੀ ਹਿੰਦ ਸਿੰਧ ਦਾ ਆਖਰੀ ਵੱਡਾ ਬਾਦਸ਼ਾਹ ਹਰਸ਼ਵਰਧਨ ਵਿਰਕ ਕਬੀਲੇ ਦਾ ਜੱਟ ਸੀ ਅਤੇ ਉਹਦਾ ਸ਼ਿਜਰਾ ਇੰਜ ਮਿਲਦਾ ਹੈ। ਵਿਆਗਰ ਰਾਟ 420 ਈਸਵੀ, ਯਸ਼ੂ ਰਾਟ 453 ਈਸਵੀ ਤਾਈਂ, ਯਸ਼ੂਵਰਧਨ 480 ਈਸਵੀ ਤਾਈਂ, ਵਿਸ਼ਨੂਵਰਧਨ 506 ਈਸਵੀ ਤਾਈਂ, ਨਾਰਾਵਰਧਨ ਤੇ ਵਜਰੈਨੀ ਦੇਵੀ 507 ਤੋਂ 530 ਈਸਵੀ ਤਾਈਂ, ਰਾਜਿਆਵਰਧਨ ਅਵਲ ਤੇ ਮਹਾਦੇਵੀ 530 ਆਪਣਾ ਤੇ ਨਾਲ ਮਹਾਦੇਵੀ ਨੂੰ ਅਪਸਾਰੂ ਦੇਵੀ ਵੀ ਆਖਦੇ ਸਨ। ਇਹਦਾ ਵੇਲਾ ਜਿਹੜਾ ਸੀ 530 ਤੋਂ 555 ਈਸਵੀ ਤਾਈਂ। ਆਦਿਤਿਆ ਵਰਧਨ ਮਹਾਸੈਨਾ ਗੁਪਤਾ 555 ਤੋਂ 580 ਈਸਵੀ ਤਾਈਂ। ਪ੍ਰਭਾਕਰ ਵਰਧਨ ਯਸ਼ੂਮਤੀ ਇਹ 580 ਈਸਵੀ ਤੋਂ 605 ਈਸਵੀ ਤਾਈਂ ਤੇ ਰਾਜਿਆ ਹਰਸ਼ ਹਿਰਾਜੇਸ਼ਰੀ ਜੰਮਨ ਜਿਹੜਾ ਵਾਰੋ-ਵਾਰ ਅੱਗੇ ਤਰਤੀਬਵਾਰ ਜਿਹੜਾ 586 ਈਸਵੀ, 590 ਈਸਵੀ ਤੇ 592 ਈਸਵੀ। ਹੁਣ ਸਾਨੂੰ ਇਹ ਪਤਾ ਵੀ ਹਰਸ਼ ਦੇ ਇੱਕ ਤਗੜੇ ਵਜ਼ੀਰ ਦਾ ਨਾਮ ਭੰਡੀ ਸੀ, ਜਿਹੜਾ ਹਰਸ਼ ਦੇ ਮਾਮੇ ਦਾ ਮੁੰਡਾ ਸੀ ਅਤੇ ਇਹ ਵਿਚਕਾਰਲੇ ਏਸ਼ੀਆ 'ਚੋਂ ਆਇਆ ਹੋਇਆ ਨਾਂ ਹੈ। ਮਹਾਭਾਰਤ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਉੱਤਰ ਕੋਰੂ ਮੀਰੂ ਪਰਬਤ ਜਾਂ ਪਾਮੀਰ ਪਹਾੜ ਦੇ ਪਰਬਤ ਪਾਸੇ ਸੀ। ਇਹ ਸ਼ਹਿਜ਼ਾਦਾ ਭੰਡੀ ਜਿਹੜਾ ਇਹ ਵੀ ਇਸੇ ਇਲਾਕੇ ਦਾ ਸੀ ਅਤੇ ਉਹ ਹਰਸ਼ ਦੇ ਮਾਮੇ ਦਾ ਪੁੱਤਰ ਸੀ ਅਤੇ ਹਰਸ਼ ਦੇ ਵਡਕੇ ਵੀ ਅਸਲੋਂ ਉਸੇ ਇਲਾਕੇ 'ਚੋਂ ਆਏ ਹੋਏ ਸਨ। ਇੰਜ ਇਹ ਵੀ ਗੱਲ ਘੋੜੇ ਚੜੀ ਹੋਈ ਸੱਚਾਈ ਹੈ ਭਈ ਹਰਸ਼ ਵਿਚਕਾਰਲੇ ਏਸ਼ੀਆ 'ਚੋਂ ਹੀ ਪਰਤਿਆ ਸੀ, ਪਰ ਇੱਕ ਭੁਲੇਖਾ ਅੱਜ ਵੀ ਪੈਂਦਾ ਹੈ ਕਿ ਉਹ ਬੈਂਸ ਜੱਟ ਸੀ ਜਾਂ ਵਿਰਕ ਜੱਟ ਸੀ। ਦੱਸਦੇ ਨਹੀਂ ਵੀ ਹਰਸ਼ ਦਾ ਜੱਦੀ ਪੁਸ਼ਤੀ ਪਿੰਡ ਮਾਲਪੁਰ ਸੀ, ਜੋ ਜਲੰਧਰ ਅਤੇ ਹੁਸ਼ਿਆਰਪੁਰ ਦੀ ਹੱਦ ਉੱਤੇ ਪੈਂਦਾ ਹੈ। ਇਹ ਪਿੰਡ ਥੌਨੀਸਰ ਦੇ ਵਰਧਨਾ ਦੀ ਜੰਮਣ ਭੋਂ ਸਮਝਿਆ ਜਾਂਦਾ ਹੈ। ਇਹ ਪਿੰਡ ਅੱਜ ਵੀ ਬੈਂਸ ਜੱਟ ਕਬੀਲੇ ਦਾ ਹੈ। ਇਸ ਲਈ ਜੇ ਮਾਲਪੁਰ ਨਾਲ ਇਹਦੀ ਸਾਂਝ ਨੂੰ ਠੀਕ ਮੰਨ ਲਿਆ ਜਾਏ ਤਾਂ ਹਰਸ਼ ਬੈਂਸ ਕਬੀਲੇ ਵਿੱਚੋਂ ਸੀ, ਜਿਹਨੂੰ ਹਿਊਨ ਤਸਾਂਗ ਨੇ ਫਿਸ਼ੇ ਆਖਿਆ। ਦੂਜੇ ਪਾਸੇ ਜੇ ਹਰਸ਼ ਨੂੰ ਮੰਡਸੌਰ ਦੇ ਵਰਧਨ ਦੀ ਔਲਾਦ ਮੰਨ ਲਿਆ ਜਾਵੇ ਤਾਂ ਉਸ ਦਾ ਕਬੀਲਾ ਵਿਰਕ ਹੈ। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਵਿਰਕ ਦੀ ਜਮ੍ਹਾਂ ਵਰਕਾਨ ਬਣਦੀ ਹੈ ਅਤੇ ਮਹਾਭਾਰਤ ਵਿੱਚ ਵਿਰਕ ਜਾਂ ਵਰਕਾਨੀਆਂ ਦਾ ਜ਼ਿਕਰ ਆਉਂਦਾ ਹੈ, ਤਾਂ ਸਾਬਤ ਹੋ ਜਾਂਦਾ ਹੈ ਕਿ ਮੰਡਸੌਰ ਦਾ ਬਾਦਸ਼ਾਹ ਵਿਸ਼ਨੂਵਰਧਨ ਵੀ ਇਸੇ ਕਬੀਲੇ ਦਾ ਯਾਨੀ ਵਿਰਕ ਕਬੀਲੇ ਦਾ ਹੀ ਸੀ। ਉਸ ਵੇਲੇ ਵੀ ਮਾਲਵਾ ਦੇ ਇੱਕ ਹਿੱਸੇ ਉੱਤੇ ਵਿਰਕ ਜੱਟ ਕਬੀਲਾ ਜਿਹੜਾ ਰਾਜ ਕਰਦਾ ਸੀ। ਪਤੰਜਲੀ ਦੀ ਕਿਤਾਬ ਮਹਾਭਾਸ਼ਿਆ ਨਾਲੇ ਪੌਨੀਨੀ ਅਤੇ ਕਲਾਸ਼ੀ ਕਲਾ ਦੇ ਮੁਤਾਬਕ ਵਿਰਕ ਜੱਟਾਂ ਦੇ 12 ਕਿਲੇ ਸਨ, ਜਿਨ੍ਹਾਂ ਵਿੱਚ ਸਕਾਲਾ ਸਿਆਲਕੋਟ, ਵਿਰਕਗੜ੍ਹ ਸ਼ੇਹੂਪੁਰਾ, ਦਾਸਪੁਰਾ ਯਾਨੀ ਮੰਡਸੌਰ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਨਾਂ ਆਉਂਦੇ ਨੇ। ਅਸੀਂ ਪਹਿਲਾਂ ਵੇਖ ਚੁੱਕੇ ਹਾਂ ਕਿ ਵਿਰਾਗਰਾਟ ਮੰਡਸੌਰ ਦੇ ਵਿਰਕ ਹਾਕਮਾਂ ਦਾ ਵਡਕਾ ਸੀ। ਤੋ ਇੱਥੇ ਇਹ ਸਾਬਤ ਹੋ ਜਾਂਦਾ ਹੈ ਇਹ ਜੱਟ ਕਬੀਲਿਆਂ ਦਾ ਹੀ ਇਹ ਜਿਹੜਾ ਇਹ ਸਾਰਾ ਇਲਾਕਾ ਸੀ ਔਰ ਉਹਦੇ ਵਿੱਚ ਜਿਹੜਾ ਇਹ ਆਪਣਾ ਹਰਸ਼ਵਰਧਨ ਸੀ ਇਹ ਇੱਕ ਜੱਟ ਸੀ ਔਰ ਵਿਰਕ ਜੱਟ ਕਬੀਲੇ ਨਾਲ ਇਹਦਾ ਤਲਕ ਸੀ। ਤੋ ਪਿਆਰਿਓ, ਇਸੇ ਸਿਲਸਿਲੇ ਦੀ ਕਿਸੇ ਅਗਲੀ ਵੀਡੀਓ ਨਾਲ ਤੁਹਾਡੇ ਨਾਲ ਫੇਰ ਮਿਲਾਂਗੇ। ਉਸ ਵੇਲੇ ਤਾਈਂ ਸਾਨ ਬਾਜਵਾ ਨੂੰ ਇਜਾਜ਼ਤ ਦਿਓ। ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਸਲਾਮਤ ਰਹੋ।